ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 6 ਦਾ ਲੈਸਨ 4 ਸੋਰਟਿੰਗ ਆਫ ਮਟੀਰੀਅਲਸ ਮੀਨਸ ਵਸਤੂਆਂ ਦੇ ਆਪਾਂ ਸਮੂਹ ਬਣਾਵਾਂਗੇ ਕਿ ਕਿਹੜੀਆਂ ਵਸਤੂਆਂ ਕਿਹੜੇ ਮਟੀਰੀਅਲਸ ਕਿਸ ਗਰੁੱਪ ਦੇ ਨਾਲ ਸੰਬੰਧਿਤ ਹਨ। ਲੈਟਸ ਸਟਾਰਟ। Objects around us. ਸਾਡੇ ਆਲੇ ਦੁਆਲੇ ਦੀਆਂ ਵਸਤੂਆਂ। You can see many different types of things around you. ਤੁਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਵਸਤੂਆਂ ਦੇਖਦੇ ਹੋ। They look different and have different properties from each other. ਇਹ ਦੇਖਣ ਵਿੱਚ ਭਿੰਨ ਹਨ ਅਤੇ ਇਹਨਾਂ ਦੇ ਗੁਣ ਵੀ ਭਿੰਨ ਹਨ। What are these things made up of? ਇਹ ਵਸਤੂਆਂ ਕਿਸ ਪਦਾਰਥ ਤੋਂ ਬਣੀਆਂ ਹੁੰਦੀਆਂ ਹਨ? In our classroom also, there are variety of things like table, pencil, book, school bag, eraser, fan, etc. as shown in the figure. ਸਾਡੀ ਜਮਾਤ ਦੇ ਕਮਰੇ ਵਿੱਚ ਬਹੁਤ ਤਰ੍ਹਾਂ ਦੀਆਂ ਵਸਤੂਆਂ ਜਿਵੇਂ ਮੇਜ਼, ਪੈਨਸਿਲ, ਕਿਤਾਬ, ਸਕੂਲ ਬੈਗ, ਰਬੜ, ਪੱਖਾ ਆਦਿ ਜਿਸ ਤਰ੍ਹਾਂ ਚਿੱਤਰ 4.1 ਊੜਾ ਐੜਾ ਈੜੀ ਵਿੱਚ ਦਿਖਾਇਆ ਗਿਆ ਹੈ ਜੋ ਕਿ ਅਲੱਗ-ਅਲੱਗ ਪਦਾਰਥ ਤੋਂ ਬਣੀਆਂ ਹੋਈਆਂ ਹਨ। You are provided a list of objects in table 1. ਤੁਹਾਨੂੰ ਸਾਰਣੀ ਨੰਬਰ 1 ਵਿੱਚ ਕੁਝ ਵਸਤੂਆਂ ਦੀ ਸੂਚੀ ਦਿੱਤੀ ਗਈ ਹੈ। Complete the columns given below using your knowledge. ਆਪਣੀ ਸਮਝ ਅਨੁਸਾਰ ਖਾਨਿਆਂ ਨੂੰ ਪੂਰਾ ਕਰੋ। Table 1. Objects and the materials they are made of. ਸਾਰਣੀ 1 ਵਸਤੂਆਂ ਅਤੇ ਪਦਾਰਥ ਜਿਨ੍ਹਾਂ ਤੋਂ ਇਹ ਬਣਦੀਆਂ ਹਨ। First object is plate. Plate can be made up of steel, glass, plastics or any other object. ਸੋ ਇਹਨਾਂ ਵਸਤੂਆਂ 'ਚ ਸਭ ਤੋਂ ਪਹਿਲਾਂ ਹੈ ਪਲੇਟ। ਸੋ ਇਹ ਬਣੀ ਹੋਈ ਹੈ ਸਟੀਲ, ਗਲਾਸ, ਪਲਾਸਟਿਕ ਜਾਂ ਕੋਈ ਹੋਰ ਧਾਤੂ ਤੋਂ। Next is pen. It can be made up of plastic or metal. ਅਗਲਾ ਹੈ ਪੈਨ ਜੋ ਕਿ ਪਲਾਸਟਿਕ ਜਾਂ ਮੈਟਲ ਤੋਂ ਵੀ ਬਣਦਾ ਹੈ। Next is tumbler. It can also be made from plastic or steel. ਅਗਲਾ ਹੈ ਗਲਾਸ ਜੋ ਕਿ ਪਲਾਸਟਿਕ ਜਾਂ ਸਟੀਲ ਤੋਂ ਵੀ ਬਣਦੇ ਹਨ। Next clothes. Clothes can be made up of different types of fibers. ਤੇ ਕੱਪੜੇ ਜਿੱਦਾਂ ਕਿ ਅਸੀਂ ਪਿਛਲੇ ਲੈਸਨ ਵਿੱਚ ਪੜ੍ਹਿਆ ਹੈ ਕਿ ਉਹ ਡਿਫਰੈਂਟ ਟਾਈਪਸ ਆਫ ਫਾਈਬਰ ਅਲੱਗ-ਅਲੱਗ ਤਰ੍ਹਾਂ ਦੇ ਰੇਸ਼ਿਆਂ ਤੋਂ ਬਣਦੇ ਹਨ। Similarly, you are provided material in table 2. ਇਸੇ ਤਰ੍ਹਾਂ ਤੁਹਾਨੂੰ ਸਾਰਣੀ 2 ਵਿੱਚ ਕੁਝ ਪਦਾਰਥ ਦਿੱਤੇ ਹੋਏ ਹਨ। You have to complete the column with the name of objects made of that material. ਤੁਸੀਂ ਇਹਨਾਂ ਖਾਨਿਆਂ ਨੂੰ ਪੂਰਾ ਕਰੋ ਕਿ ਇਹਨਾਂ ਦਿੱਤੇ ਪਦਾਰਥਾਂ ਤੋਂ ਕਿਹੜੀਆਂ ਵਸਤੂਆਂ ਬਣਦੀਆਂ ਹਨ। Table 2. Objects made of same material. ਸਾਰਣੀ 2 ਸਮਾਨ ਪਦਾਰਥਾਂ ਤੋਂ ਬਣੀਆਂ ਕਈ ਵਸਤੂਆਂ ਦੀ ਸੂਚੀ ਬਣਾਓ। First is wood. Wood can be used to make chair, table, door, desk, etc. ਪਹਿਲਾ ਹੈ ਲੱਕੜ ਤੇ ਲੱਕੜ ਤੋਂ ਜਿਹੜੀਆਂ ਚੀਜ਼ਾਂ ਬਣਦੀਆਂ ਹਨ ਕੁਰਸੀ, ਮੇਜ਼, ਦਰਵਾਜ਼ਾ, ਬੈਂਚ। Next, paper. Paper can be used to make books, notebooks, newspaper, toys, calendars, etc. ਅਗਲਾ ਹੈ ਕਾਗਜ਼। ਕਾਗਜ਼ ਤੋਂ ਕਈ ਚੀਜ਼ਾਂ ਜਿਸ ਤਰ੍ਹਾਂ ਕਿਤਾਬ, ਕਾਪੀਆਂ, ਅਖਬਾਰ, ਖਿਡੌਣੇ, ਕੈਲੰਡਰ ਆਦਿ ਬਣਾਏ ਜਾ ਸਕਦੇ ਹਨ। Next is glass. With glass, we can make crockery, furniture items, etc. ਅਗਲਾ ਹੈ ਗਲਾਸ ਜਿਸ ਨਾਲ ਅਸੀਂ ਬਰਤਨਾਂ ਸੰਬੰਧੀ ਅਤੇ ਫਰਨੀਚਰ ਆਦਿ ਸੰਬੰਧੀ ਕਈ ਚੀਜ਼ਾਂ ਬਣਾ ਸਕਦੇ ਹਾਂ। Next is plastic. Plastic can be used to make stationery items, kitchen items, bathroom items, etc. ਪਲਾਸਟਿਕ ਕਈ ਚੀਜ਼ਾਂ ਬਣਾਉਣ ਵਿੱਚ ਵਰਤਿਆ ਜਾਂਦਾ ਹੈ ਜਿਸ ਤਰ੍ਹਾਂ ਕਿਚਨ ਦੀਆਂ ਚੀਜ਼ਾਂ, ਬਾਥਰੂਮ ਦੀਆਂ ਚੀਜ਼ਾਂ, ਈਵਨ ਟੁਆਇਜ਼ ਬਣਾਉਣ ਵਿੱਚ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। Next is iron. Iron can be used to make different things like nails, cars, building material, etc. ਅਗਲਾ ਹੈ ਲੋਹਾ ਜਿਸ ਦੀ ਵਰਤੋਂ ਕਈ ਚੀਜ਼ਾਂ ਬਣਾਉਣ ਵਿੱਚ ਕੀਤੀ ਜਾ ਸਕਦੀ ਜਿਸ ਤਰ੍ਹਾਂ ਕਿੱਲ, ਕਾਰਾਂ ਤੇ ਕਈ ਤਰ੍ਹਾਂ ਦੇ ਬਿਲਡਿੰਗ ਮਟੀਰੀਅਲ ਦੇ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ। What do we find from these table? ਉਪਰੋਕਤ ਸਾਰਣੀਆਂ ਤੋਂ ਅਸੀਂ ਕੀ ਜਾਣਿਆ? Same object can be made from different kind of material. ਇੱਕ ਹੀ ਵਸਤੂ ਨੂੰ ਭਿੰਨ ਪ੍ਰਕਾਰ ਦੇ ਪਦਾਰਥਾਂ ਦੀ ਵਰਤੋਂ ਕਰਕੇ ਬਣਾਇਆ ਜਾ ਸਕਦਾ ਹੈ। For example, a tumbler can be made of glass, plastic, thermocol, ceramic or paper. ਉਦਾਹਰਨ ਵਜੋਂ ਇੱਕ ਗਲਾਸ ਕੱਚ, ਪਲਾਸਟਿਕ, ਥਰਮੋਕੋਲ, ਚੀਨੀ ਮਿੱਟੀ ਜਾਂ ਕਾਗਜ਼ ਦਾ ਬਣਿਆ ਹੋ ਸਕਦਾ ਹੈ। Several objects can be made from same material. ਬਹੁਤ ਸਾਰੀਆਂ ਵਸਤੂਆਂ ਇੱਕ ਹੀ ਪਦਾਰਥ ਤੋਂ ਬਣਾਈਆਂ ਜਾ ਸਕਦੀਆਂ ਹਨ। For example, your book, notebook, newspaper, etc. are made from paper. ਉਦਾਹਰਨ ਵਜੋਂ ਕਿਤਾਬ, ਕਾਪੀ, ਅਖਬਾਰ ਆਦਿ ਸਭ ਕਾਗਜ਼ ਤੋਂ ਬਣੇ ਹੋਏ ਹਨ। Matter is everything around you. ਤੁਹਾਡੇ ਆਲੇ ਦੁਆਲੇ ਹਰ ਵਸਤੂ ਪਦਾਰਥ ਹੈ। The bones and flesh of your body, clothes, food, table, chair, book,
tree, water, air are all matter. ਤੁਹਾਡੇ ਸਰੀਰ ਦੀਆਂ ਹੱਡੀਆਂ ਅਤੇ ਮਾਂਸ, ਕੱਪੜੇ, ਭੋਜਨ, ਮੇਜ਼, ਕੁਰਸੀ, ਕਿਤਾਬ, ਦਰਖਤ, ਪਾਣੀ, ਹਵਾ ਸਾਰੇ ਪਦਾਰਥ ਹਨ। But then, what is not matter? ਪਰੰਤੂ ਫਿਰ ਕੌਣ ਪਦਾਰਥ ਨਹੀਂ ਹੈ? Feelings of love or sadness do not occupy space and do not have mass. ਪਿਆਰ ਦੀ ਭਾਵਨਾ ਜਾਂ ਉਦਾਸੀ ਇਹ ਥਾਂ ਨਹੀਂ ਘੇਰਦੇ ਅਤੇ ਨਾ ਹੀ ਇਹਨਾਂ ਦਾ ਪੁੰਜ ਹੁੰਦਾ ਹੈ। These are not matter. ਇਸ ਲਈ ਇਹ ਪਦਾਰਥ ਨਹੀਂ ਹਨ। Radio and TV sets, cell phone are matter. ਰੇਡੀਓ, ਟੀਵੀ, ਫੋਨ ਪਦਾਰਥ ਹਨ, But the signals they receive are not. ਪਰੰਤੂ ਸਿਗਨਲ ਜੋ ਇਹ ਪ੍ਰਾਪਤ ਕਰਦੇ ਹਨ ਉਹ ਪਦਾਰਥ ਨਹੀਂ ਹੈ। Matter is everything around you. ਸਾਡੇ ਆਲੇ ਦੁਆਲੇ ਹਰੇਕ ਵਸਤੂ ਪਦਾਰਥ ਹੈ। A piece of iron is matter. ਲੋਹੇ ਦਾ ਟੁਕੜਾ ਪਦਾਰਥ ਹੈ। If an iron piece is broken, what happens? ਪਰ ਜੇਕਰ ਲੋਹੇ ਨੂੰ ਤੋੜ ਦਈਏ ਤਾਂ ਕੀ ਹੋਵੇਗਾ? It forms smaller pieces of iron. ਇਹ ਛੋਟੇ-ਛੋਟੇ ਟੁਕੜਿਆਂ ਵਿੱਚ ਟੁੱਟ ਜਾਵੇਗਾ। If we continue breaking this piece of iron, it becomes smaller and smaller. ਜੇਕਰ ਅਸੀਂ ਇਹਨਾਂ ਟੁਕੜਿਆਂ ਨੂੰ ਤੋੜਾਂਗੇ ਤਾਂ ਇਹ ਬਹੁਤ ਛੋਟੇ-ਛੋਟੇ ਕਣਾਂ ਵਿੱਚ ਟੁੱਟ ਜਾਵੇਗਾ। So this smallest piece is called atom. ਇਹਨਾਂ ਛੋਟੇ-ਛੋਟੇ ਕਣਾਂ ਨੂੰ ਪਰਮਾਣੂ ਮੀਨਸ ਐਟਮ ਕਹਿੰਦੇ ਹਨ। Atoms are extremely small. ਪਰਮਾਣੂ ਬਹੁਤ ਹੀ ਛੋਟੇ ਹੁੰਦੇ ਹਨ। Matter is defined as anything that has mass and takes up space or it has volume. ਪਦਾਰਥ ਥਾਂ ਘੇਰਦੇ ਹਨ ਅਤੇ ਉਹਨਾਂ ਦਾ ਭਾਰ ਹੁੰਦਾ ਹੈ। All material around us is matter because all materials occupy space and have mass. ਸਾਡੇ ਆਲੇ ਦੁਆਲੇ ਦੀਆਂ ਸਾਰੀਆਂ ਵਸਤੂਆਂ ਪਦਾਰਥ ਹਨ ਕਿਉਂਕਿ ਇਹ ਸਾਰੀਆਂ ਥਾਂ ਘੇਰਦੀਆਂ ਹਨ ਅਤੇ ਇਹਨਾਂ ਦਾ ਭਾਰ ਹੁੰਦਾ ਹੈ। 4.2 Properties of materials. ਪਦਾਰਥਾਂ ਦੇ ਗੁਣ। Have you ever wondered why a tumbler is not made with a piece of cloth? ਕੀ ਤੁਸੀਂ ਕਦੀ ਇਹ ਸੋਚ ਕੇ ਹੈਰਾਨ ਹੁੰਦੇ ਹੋ ਕਿ ਗਲਾਸ ਕੱਪੜੇ ਦੇ ਟੁਕੜੇ ਤੋਂ ਕਿਉਂ ਨਹੀਂ ਬਣਾਇਆ ਜਾਂਦਾ? Recall our experiments with pieces of cloth in chapter 3 and also keep in mind that we generally use a tumbler to keep a liquid. ਕੱਪੜੇ ਦੇ ਟੁਕੜੇ ਨਾਲ ਕੀਤੇ ਪ੍ਰਯੋਗ ਬਾਰੇ ਸੋਚੋ ਕਿ ਅਸੀਂ ਇੱਕ ਗਲਾਸ ਦਾ ਉਪਯੋਗ ਤਰਲ ਨੂੰ ਰੱਖਣ ਲਈ ਕਰ ਸਕਦੇ ਹਾਂ ਜਾਂ ਨਹੀਂ। Therefore, would it not be silly if we were to make a tumbler out of cloth? ਇਹ ਮੂਰਖਤਾਪੂਰਨ ਕੰਮ ਹੋਵੇਗਾ ਜੇਕਰ ਅਸੀਂ ਗਲਾਸ ਬਣਾਉਣ ਲਈ ਕੱਪੜੇ ਦੀ ਵਰਤੋਂ ਕਰਦੇ ਹਾਂ। What we need for a tumbler is glass, plastics, metal or other such material that will hold water. ਗਲਾਸ ਬਣਾਉਣ ਲਈ ਸਾਨੂੰ ਕੱਚ, ਪਲਾਸਟਿਕ, ਧਾਤ ਜਾਂ ਕੋਈ ਅਜਿਹਾ ਪਦਾਰਥ ਚਾਹੀਦਾ ਹੈ ਜੋ ਪਾਣੀ ਨੂੰ ਆਪਣੇ ਅੰਦਰ ਸੰਭਾਲ ਸਕੇ। Similarly, it would not be wise to use paper-like materials for cooking vessels. ਇਸੇ ਤਰ੍ਹਾਂ ਭੋਜਨ ਪਕਾਉਣ ਵਾਲੇ ਬਰਤਨ ਲਈ ਕਾਗਜ਼ ਦੀ ਵਰਤੋਂ ਕਰਨਾ ਸਿਆਣਪ ਨਹੀਂ ਹੋਵੇਗੀ। We see then that we choose a material to make an object depending on its properties and the purpose for which the object is to be used. ਅਸੀਂ ਵੇਖਿਆ ਕਿ ਅਸੀਂ ਵਸਤੂਆਂ ਬਣਾਉਣ ਲਈ ਜਿਸ ਪਦਾਰਥ ਦੀ ਚੋਣ ਕਰਦੇ ਹਾਂ ਉਹ ਵਸਤੂ ਦੇ ਗੁਣਾਂ ਅਤੇ ਜਿਸ ਕੰਮ ਲਈ ਵਸਤੂ ਵਰਤੀ ਜਾਣੀ ਹੈ ਉਸ ਉੱਪਰ ਨਿਰਭਰ ਕਰਦੀ ਹੈ। So what are all the properties of materials that would be important for their usage? Some properties are discussed here. ਆਓ ਪਦਾਰਥਾਂ ਦੇ ਸਾਰੇ ਗੁਣਾਂ ਬਾਰੇ ਜਾਣੀਏ ਜੋ ਉਹਨਾਂ ਦੀ ਵਰਤੋਂ ਲਈ ਮਹੱਤਵਪੂਰਨ ਹਨ। Appearance. ਦਿੱਖ। Material usually look different from each other. ਪਦਾਰਥ ਅਕਸਰ ਇੱਕ ਦੂਜੇ ਤੋਂ ਭਿੰਨ ਦਿਖਾਈ ਦਿੰਦੇ ਹਨ। Paper looks different from cloth. Wood looks different from iron. ਕਾਗਜ਼ ਕੱਪੜੇ ਤੋਂ ਭਿੰਨ ਦਿਖਾਈ ਦਿੰਦਾ ਹੈ। ਲੱਕੜੀ ਲੋਹੇ ਤੋਂ ਅਲੱਗ ਦਿਖਾਈ ਦਿੰਦੀ ਹੈ। Iron look different from gold and silver. ਲੋਹਾ ਸੋਨੇ ਅਤੇ ਚਾਂਦੀ ਤੋਂ ਅਲੱਗ ਦਿਖਾਈ ਦਿੰਦਾ ਹੈ। Materials can be classified on the basis of their appearance. ਪਦਾਰਥ ਨੂੰ ਦਿੱਖ ਦੇ ਆਧਾਰ ਤੇ ਅਲੱਗ-ਅਲੱਗ ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ। First is luster. ਚਮਕ। A metal spoon shines whereas wooden spoon does not shine. ਧਾਤ ਤੋਂ ਬਣਿਆ ਚਮਚ ਚਮਕੀਲਾ ਹੁੰਦਾ ਹੈ ਪਰ ਲੱਕੜੀ ਤੋਂ ਬਣਿਆ ਚਮਚ ਚਮਕੀਲਾ ਨਹੀਂ ਹੁੰਦਾ। Silk cloth shines whereas woolen clothes does not. ਸਿਲਕ ਦੇ ਕੱਪੜੇ ਵਿੱਚ ਚਮਕੀਲਾਪਨ ਹੁੰਦਾ ਹੈ ਪਰ ਉੱਨੀ ਕੱਪੜੇ ਵਿੱਚ ਚਮਕੀਲਾਪਨ ਨਹੀਂ ਹੁੰਦਾ। We say metal has more luster than wood ਅਸੀਂ ਕਹਿ ਸਕਦੇ ਹਾਂ ਕਿ ਧਾਤਾਂ ਵਿੱਚ ਲੱਕੜੀ ਤੋਂ ਜ਼ਿਆਦਾ and silk has more luster than wool.
ਅਤੇ ਸਿਲਕ ਵਿੱਚ ਉੱਨ ਨਾਲੋਂ ਜ਼ਿਆਦਾ ਚਮਕ ਹੁੰਦੀ ਹੈ। Activity 1. ਕਿਰਿਆ ਪਹਿਲੀ, To differentiate lustrous and non-lustrous materials. ਚਮਕਦਾਰ ਅਤੇ ਚਮਕਹੀਨ ਪਦਾਰਥਾਂ ਵਿੱਚ ਅੰਤਰ ਦੱਸੋ। Materials required: paper, cardboard, wood, copper wire, aluminium foil, chalk, steel plate. ਲੋੜੀਂਦੀ ਸਮੱਗਰੀ ਕੀ ਹੈ? ਕਾਗਜ਼, ਲੱਕੜ, ਗੱਤਾ, ਐਲੂਮੀਨੀਅਮ ਸ਼ੀਟ ਅਤੇ ਚਾਕ ਦੇ ਛੋਟੇ-ਛੋਟੇ ਟੁਕੜੇ, ਸਟੀਲ ਦੀ ਪਲੇਟ, ਤਾਂਬੇ ਦੀ ਤਾਰ। Procedure: collect the above material and separate them in 2 groups. ਉਪਰੋਕਤ ਸਮੱਗਰੀ ਇਕੱਠੀ ਕਰੋ ਅਤੇ ਇਹਨਾਂ ਨੂੰ 2 ਗਰੁੱਪਾਂ ਵਿੱਚ ਵੱਖ-ਵੱਖ ਕਰੋ। Material having shiny surface is placed in one group and non-shiny material is placed in another group. ਪਦਾਰਥ ਜਿਨ੍ਹਾਂ ਦੀ ਸਤ੍ਹਾ ਚਮਕਦਾਰ ਹੈ ਉਹਨਾਂ ਨੂੰ ਇੱਕ ਗਰੁੱਪ ਵਿੱਚ ਅਤੇ ਪਦਾਰਥ ਜਿਹੜੇ ਚਮਕਦਾਰ ਨਹੀਂ ਹਨ ਉਹਨਾਂ ਨੂੰ ਦੂਸਰੇ ਗਰੁੱਪ ਵਿੱਚ ਰੱਖੋ। ਸੋ ਇੱਥੇ ਆਪਾਂ ਇਹ ਸਿੱਖਿਆ ਹੈ ਕਿ ਜਿਸ ਤਰ੍ਹਾਂ ਲੈਸਨ ਦਾ ਨਾਮ ਹੈ ਕਿ ਗਰੁੱਪਿੰਗ ਕਰਨੀ, ਉਹਨਾਂ ਦਾ ਵਰਗੀਕਰਨ ਕਰਨਾ ਕਿ ਆਪਾਂ ਜਿਹੜੇ ਮਟੀਰੀਅਲ ਹਨ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਵਰਗ ਵਿੱਚ ਇੱਕ ਗਰੁੱਪ ਵਿੱਚ ਲੈ ਕੇ ਆ ਸਕਦੇ ਹਾਂ। ਸੋ ਪਹਿਲੀ ਕਲਾਸੀਫਿਕੇਸ਼ਨ, ਪਹਿਲੇ ਗਰੁੱਪਿੰਗ ਆਪਾਂ ਇਹ ਕਰ ਸਕਦੇ ਹਾਂ, ਪਦਾਰਥਾਂ ਨੂੰ ਸ਼ਾਈਨੀ ਅਤੇ ਨੌਨ ਸ਼ਾਈਨੀ ਵਿੱਚ ਰੱਖ ਸਕਦੇ ਹਾਂ। Conclusion: ਸਿੱਟਾ, materials such as copper wire, aluminium foil, steel plate are lustrous in nature. ਪਦਾਰਥ ਜਿਵੇਂ ਕਿ ਤਾਂਬੇ ਦੀ ਤਾਰ, ਐਲੂਮੀਨੀਅਮ ਦੀ ਪਤਲੀ ਸ਼ੀਟ, ਸਟੀਲ ਦੀ ਪਲੇਟ ਚਮਕਦਾਰ ਪਦਾਰਥ ਹਨ। Materials such as paper, cardboard, chalk, wood are non-lustrous in nature. ਪਦਾਰਥ ਜਿਵੇਂ ਕਿ ਕਾਗਜ਼, ਗੱਤਾ, ਚਾਕ ਅਤੇ ਲੱਕੜ ਚਮਕਹੀਨ ਹਨ। An iron rod may not appear lustrous. ਲੋਹੇ ਦੀ ਛੜ ਚਮਕੀਲੀ ਦਿਖਾਈ ਨਹੀਂ ਦਿੰਦੀ। However, if we use sandpaper to remove the top layer, we will see that it is lustrous. ਪਰ ਜਦੋਂ ਅਸੀਂ ਰੇਗਮਾਰ ਨਾਲ ਇਸ ਦੀ ਉੱਪਰਲੀ ਤਹਿ ਨੂੰ ਸਾਫ਼ ਕਰਦੇ ਹਾਂ ਤਾਂ ਅਸੀਂ ਇਸ ਵਿੱਚ ਚਮਕ ਦੇਖਦੇ ਹਾਂ। Some metals lose their luster when exposed to air and moisture. ਕੁਝ ਧਾਤਾਂ ਜਦੋਂ ਹਵਾ ਅਤੇ ਨਮੀ ਦੇ ਸੰਪਰਕ ਵਿੱਚ ਆਉਂਦੀਆਂ ਹਨ ਉਹ ਆਪਣੀ ਚਮਕ ਖੋ ਦਿੰਦੀਆਂ ਹਨ। Texture: ਬਣਾਵਟ, different metals feel different when you touch them. That is, they have different textures. ਵੱਖ-ਵੱਖ ਪਦਾਰਥਾਂ ਨੂੰ ਛੂਹਣ ਤੇ ਹੀ ਉਸ ਦੀ ਬਣਾਵਟ ਬਾਰੇ ਪਤਾ ਚੱਲਦਾ ਹੈ। For example, metal is hard and smooth, whereas wool is soft and rough. ਉਦਾਹਰਨ ਦੇ ਤੌਰ ਤੇ ਧਾਤ ਸਖਤ ਅਤੇ ਮੁਲਾਇਮ ਹੁੰਦੀ ਹੈ ਪਰ ਉੱਨ ਨਰਮ ਅਤੇ ਖੁਰਦਰੀ ਹੁੰਦੀ ਹੈ। Soft materials can be compressed or scratched easily. ਨਰਮ ਪਦਾਰਥਾਂ ਨੂੰ ਦਬਾਇਆ ਜਾ ਸਕਦਾ ਹੈ ਆਰਾਮ ਦੇ ਨਾਲ। Hard materials are difficult to compress. ਸਖਤ ਪਦਾਰਥਾਂ ਨੂੰ ਦਬਾਉਣਾ ਔਖਾ ਹੁੰਦਾ ਹੈ। Materials such as aluminium sheet, a piece of stone, iron, gold, silver are hard in nature. ਸਖਤ ਪਦਾਰਥ ਜਿਵੇਂ ਐਲੂਮੀਨੀਅਮ ਸ਼ੀਟ, ਪੱਥਰ ਦਾ ਟੁਕੜਾ, ਸੋਨਾ, ਚਾਂਦੀ ਆਦਿ। Activity 2. To check texture of material. ਕਿਰਿਆ ਦੂਸਰੀ, ਵੱਖ-ਵੱਖ ਪਦਾਰਥਾਂ ਦੀ ਬਣਾਵਟ ਪਤਾ ਕਰਨਾ। Material required: ਲੋੜੀਂਦੀ ਸਮੱਗਰੀ, silk cloth, wooden spoon, sponge, woolen cloth, cotton, sandpaper. ਸਿਲਕ ਦਾ ਕੱਪੜਾ, ਲੱਕੜ ਦਾ ਚਮਚ, ਰੇਗਮਾਰ, ਉੱਨੀ ਕੱਪੜੇ ਆਦਿ। Procedure: ਵਿਧੀ, close eyes of your friend with the help of cloth. ਆਪਣੇ ਦੋਸਤ ਦੀਆਂ ਅੱਖਾਂ ਤੇ ਕੱਪੜਾ ਬੰਨ੍ਹ ਦਿਓ। Place the material like silk cloth, sandpaper, wooden spoon, metal spoon, woolen cloth, plastic mug. Ask your friend to touch the material and tell their texture. ਤੇ ਆਪਣੇ ਦੋਸਤ ਨੂੰ ਵੱਖ-ਵੱਖ ਪਦਾਰਥ ਜਿਵੇਂ ਕਿ ਸਿਲਕ ਦਾ ਕੱਪੜਾ, ਸੂਤੀ ਕੱਪੜਾ, ਲੱਕੜ ਦਾ ਚਮਚ, ਲੋਹੇ ਦਾ ਚਮਚ, ਉੱਨੀ ਕੱਪੜੇ, ਗਲਾਸ, ਪਲਾਸਟਿਕ ਮੱਗ ਆਦਿ ਨੂੰ ਛੂਹਣ ਲਈ ਕਹੋ। Conclusion: ਸਿੱਟਾ, materials such as silk cloth, cotton, sponge are soft to touch, whereas materials such as sandpaper, wooden spoon, woolen cloth are hard to touch. ਸਿਲਕ ਦਾ ਕੱਪੜਾ, ਸੂਤੀ ਕੱਪੜਾ ਛੂਹਣ ਤੇ ਨਰਮ ਮਹਿਸੂਸ ਹੁੰਦੇ ਹਨ ਪਰ ਲੱਕੜ ਦਾ ਚਮਚ, ਉੱਨੀ ਕੱਪੜਾ, ਰੇਗਮਾਰ ਖੁਰਦਰੇ ਮਹਿਸੂਸ ਹੁੰਦੇ ਹਨ। Soluble and insoluble. ਘੁਲਣਸ਼ੀਲ ਅਤੇ ਅਘੁਲਣਸ਼ੀਲ। Activity 3. ਕਿਰਿਆ ਤੀਸਰੀ, To observe solubility in water. ਪਦਾਰਥਾਂ ਦੀ ਪਾਣੀ ਵਿੱਚ ਘੁਲਣਸ਼ੀਲਤਾ ਬਾਰੇ ਜਾਣਨਾ। Materials required: ਲੋੜੀਂਦੀ ਸਮੱਗਰੀ ਕੀ ਹੈ? beakers, water, sugar, salt, chalk powder, sand, sawdust, stirrer. ਬੀਕਰ ਪਾਣੀ, ਲੱਕੜ ਦਾ ਬੂਰਾ, ਛੜ, ਚੀਨੀ, ਨਮਕ, ਮਿੱਟੀ, ਚਾਕ ਪਾਊਡਰ, ਬੇਕਿੰਗ ਸੋਡਾ, ਰੇਤ ਅਤੇ ਮਿੱਟੀ ਲਓ।
Procedure: विधि collect samples of some solid substances such as sugar, salt, chalk powder, sand, and sawdust. ਠੋਸ ਪਦਾਰਥ ਜਿਵੇਂ ਚੀਨੀ, ਨਮਕ, ਝਾਕ, ਪਾਊਡਰ, ਰੇਤ, ਲੱਕੜ ਦਾ ਬੁਰਾਦਾ ਆਦਿ ਦੇ ਨਮੂਨੇ ਇਕੱਠੇ ਕਰੋ। Take 5 glasses or beakers. 5 ਬੀਕਰ ਜਾਂ ਗਲਾਸ ਲਓ। Fill each of them about 2/3 with water. ਹਰੇਕ ਵਿੱਚ 2/3 ਹਿੱਸਾ ਪਾਣੀ ਭਰੋ। Add a small amount of sugar to the first glass, salt to the second glass, add some small amount of other materials in other glasses. ਪਹਿਲੇ ਬੀਕਰ ਵਿੱਚ ਥੋੜੀ ਮਾਤਰਾ ਖੰਡ ਦੀ, ਦੂਜੇ ਵਿੱਚ ਨਮਕ ਅਤੇ ਹੋਰ ਬੀਕਰਾਂ ਵਿੱਚ ਬਾਕੀ ਪਦਾਰਥਾਂ ਦੀ ਥੋੜੀ ਮਾਤਰਾ ਪਾਓ। Stir each of them with a stirrer. ਛੜ ਦੀ ਮਦਦ ਨਾਲ ਸਾਰੇ ਬੀਕਰਾਂ ਵਿਚਲੇ ਪਦਾਰਥਾਂ ਨੂੰ ਘੋਲਣ ਦੀ ਕੋਸ਼ਿਸ਼ ਕਰੋ। Conclusion: ਨਿਰੀਖਣ you will see that sugar and salt dissolves in water. ਤੁਸੀਂ ਵੇਖੋਗੇ ਕਿ ਚੀਨੀ ਅਤੇ ਨਮਕ ਪਾਣੀ ਵਿੱਚ ਘੁਲ ਗਏ ਹਨ। We cannot see them while sand, sawdust, chalk does not dissolve in water and are clearly visible. ਹੁਣ ਤੁਸੀਂ ਇਹਨਾਂ ਨੂੰ ਪਾਣੀ ਵਿੱਚ ਨਹੀਂ ਦੇਖ ਸਕਦੇ, ਜਦੋਂ ਕਿ ਰੇਤ, ਲੱਕੜੀ ਦਾ ਬੁਰਾਦਾ ਅਤੇ ਚਾਕ ਪਾਊਡਰ ਪਾਣੀ ਵਿੱਚ ਨਹੀਂ ਘੁਲੇ ਅਤੇ ਇਹ ਪਾਣੀ ਵਿੱਚ ਵਿਖਾਈ ਦਿੰਦੇ ਹਨ। Table 3: solubility of some common liquids in water. ਟੇਬਲ ਤੀਸਰਾ ਕੁਝ ਆਮ ਪਦਾਰਥਾਂ ਦੀ ਪਾਣੀ ਵਿੱਚ ਘੁਲਣਸ਼ੀਲਤਾ। Salt, it dissolves in water. ਨਮਕ ਇਹ ਪਾਣੀ ਵਿੱਚ ਘੁਲਣਸ਼ੀਲ ਹੈ। Sugar dissolves. ਚੀਨੀ ਘੁਲਣਸ਼ੀਲ। Sand, chalk powder, and sawdust, 3 of these do not dissolve in water. ਰੇਤ, ਚਾਕ ਪਾਊਡਰ ਅਤੇ ਮਿੱਟੀ ਇਹ ਅਘੁਲਣਸ਼ੀਲ ਪਦਾਰਥ ਹਨ। Whereas milk also dissolves in water. ਜਿੱਥੇ ਕਿ ਦੁੱਧ ਇੱਕ ਘੁਲਣਸ਼ੀਲ ਪਦਾਰਥ ਹੈ। You will notice that some substances have completely disappeared or dissolved in water. ਤੁਸੀਂ ਦੇਖਿਆ ਕਿ ਕੁਝ ਪਦਾਰਥ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਗਏ ਹਨ। We say that these substances are soluble in water. ਅਸੀਂ ਇਹਨਾਂ ਪਦਾਰਥਾਂ ਨੂੰ ਪਾਣੀ ਵਿੱਚ ਘੁਲਣਸ਼ੀਲ ਪਦਾਰਥ ਕਹਿੰਦੇ ਹਾਂ। Few substances do not mix with water or do not disappear in water even after stirring for a long time. These substances are insoluble in water. ਕੁਝ ਪਦਾਰਥ ਜਿਹੜੇ ਪਾਣੀ ਵਿੱਚ ਬਹੁਤ ਸਮੇਂ ਤੱਕ ਹਿਲਾਉਣ ਨਾਲ ਵੀ ਨਹੀਂ ਘੁਲਦੇ, ਅਜਿਹੇ ਪਦਾਰਥਾਂ ਨੂੰ ਅਘੁਲਣਸ਼ੀਲ ਪਦਾਰਥ ਕਹਿੰਦੇ ਹਨ। Water plays an important role in the functioning of our body because it can dissolve a large number of substances. ਪਾਣੀ ਸਾਡੇ ਸਰੀਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਕਿਉਂਕਿ ਇਹ ਆਪਣੇ ਵਿੱਚ ਬਹੁਤ ਸਾਰੇ ਪਦਾਰਥਾਂ ਨੂੰ ਘੋਲ ਲੈਂਦਾ ਹੈ। Liquids which mix with each other are called miscible liquids. ਕੁਝ ਤਰਲ ਆਪਸ ਵਿੱਚ ਘੁਲ ਜਾਂਦੇ ਹਨ, ਉਹਨਾਂ ਨੂੰ ਪੂਰਨ ਘੁਲਣਸ਼ੀਲ ਤਰਲ ਕਹਿੰਦੇ ਹਨ। Liquids which do not mix with each other are called immiscible liquids. ਕੁਝ ਤਰਲ ਆਪਸ ਵਿੱਚ ਨਹੀਂ ਘੁਲਦੇ, ਉਹਨਾਂ ਨੂੰ ਅਘੁਲਣਸ਼ੀਲ ਤਰਲ ਕਹਿੰਦੇ ਹਨ। Activity 4: ਕਿਰਿਆ ਚੌਥੀ to observe miscible and immiscible liquids. ਪੂਰਨ ਘੁਲਣਸ਼ੀਲ ਅਤੇ ਅਘੁਲਣਸ਼ੀਲ ਤਰਲਾਂ ਬਾਰੇ ਜਾਣਨਾ। Material required: ਲੋੜੀਂਦੀ ਸਮੱਗਰੀ beakers, water, lemon, mustard oil or coconut oil, stirrer. ਬੀਕਰ, ਪਾਣੀ, ਨਿੰਬੂ, ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਅਤੇ ਘੁਮਾਉਣ ਵਾਲੀ ਛੜ। Procedure: ਵਿਧੀ take 2 beakers, fill them with water. Now add lemon juice in first beaker. 2 ਬੀਕਰ ਲੈ ਕੇ ਉਹਨਾਂ ਵਿੱਚ ਪਾਣੀ ਪਾਓ। ਹੁਣ ਪਹਿਲੇ ਬੀਕਰ ਵਿੱਚ ਨਿੰਬੂ ਦਾ ਰਸ ਪਾਓ। When we add lemon juice to water, it completely disappears because it is soluble in water. ਨਿੰਬੂ ਦਾ ਰਸ ਪਾਣੀ ਵਿੱਚ ਪਾਉਣ ਤੇ ਇਹ ਪੂਰੀ ਤਰ੍ਹਾਂ ਅਲੋਪ ਹੋ ਗਿਆ ਹੈ ਕਿਉਂਕਿ ਇਹ ਪਾਣੀ ਵਿੱਚ ਪੂਰਨ ਘੁਲਣਸ਼ੀਲ ਹੈ। Now take another beaker filled with water. Put a few drops of mustard oil or coconut oil in water. Oil will float on the top of water because it is insoluble in water. ਹੁਣ ਦੂਸਰੇ ਬੀਕਰ ਵਿੱਚ ਕੁਝ ਬੂੰਦਾਂ ਸਰੋਂ ਦੇ ਤੇਲ ਜਾਂ ਨਾਰੀਅਲ ਦੇ ਤੇਲ ਦੀਆਂ ਪਾਓ। ਤੇਲ ਪਾਣੀ ਦੀ ਸਤ੍ਹਾ ਉੱਪਰ ਤੈਰਨ ਲੱਗੇਗਾ ਕਿਉਂਕਿ ਇਹ ਪਾਣੀ ਵਿੱਚ ਅਘੁਲਣਸ਼ੀਲ ਹੈ। Table 4: Objects that float or sink in water. ਟੇਬਲ 4 ਘੁਲਣਸ਼ੀਲ ਅਘੁਲਣਸ਼ੀਲ ਤਰਲ। First is vinegar. It mixes well. ਪਹਿਲਾ ਹੈ ਸਿਰਕਾ ਜੋ ਕਿ ਘੁਲ ਜਾਂਦਾ ਹੈ। Lemon juice. It also mixes well. ਦੂਸਰਾ ਹੈ ਨਿੰਬੂ ਦਾ ਰਸ ਘੁਲ ਜਾਂਦਾ। But mustard oil,
coconut oil, and kerosene. 3 of them do not mix in the water. ਪਰ ਸਰੋਂ ਦਾ ਤੇਲ, ਘੀ ਅਤੇ ਮਿੱਟੀ ਦਾ ਤੇਲ ਇਹ ਅਘੁਲਣਸ਼ੀਲ ਹਨ। Conclusion: ਸਿੱਟਾ we notice that some liquids get completely mixed with water, some do not mix with water and form a separate layer on water. ਕੁਝ ਤਰਲ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਜਾਂਦੇ ਹਨ, ਪਰ ਕੁਝ ਤਰਲ ਪਾਣੀ ਵਿੱਚ ਨਹੀਂ ਘੁਲਦੇ, ਸਗੋਂ ਪਾਣੀ ਉੱਪਰ ਇੱਕ ਅਲੱਗ ਤਹਿ ਬਣਾਉਂਦੇ ਹਨ। Objects may float or sink in water. ਵਸਤੂਆਂ ਦਾ ਪਾਣੀ ਵਿੱਚ ਤੈਰਨਾ ਜਾਂ ਡੁੱਬਣਾ। ਹੁਣ ਇੱਕ ਹੋਰ ਗਰੁੱਪਿੰਗ ਹੈ ਜਿਸ ਨਾਲ ਅਸੀਂ ਇਹਨਾਂ ਦੀ ਡਿਫਰੈਂਟ ਟਾਈਪਸ ਨਾਲ ਕਲਾਸੀਫਿਕੇਸ਼ਨ ਕਰ ਸਕਦੇ ਹਾਂ, ਇਹਨਾਂ ਨੂੰ ਅਲੱਗ-ਅਲੱਗ ਗਰੁੱਪਾਂ 'ਚ ਰੱਖ ਸਕਦੇ ਹਾਂ। ਸੋ ਅਗਲਾ ਗਰੁੱਪ ਹੈ ਕਿ ਇੱਕ ਪਾਸੇ ਉਹ ਵਸਤੂਆਂ ਜੋ ਪਾਣੀ ਵਿੱਚ ਤੈਰਦੀਆਂ ਹਨ ਅਤੇ ਦੂਸਰੇ ਪਾਸੇ ਉਹ ਜੋ ਪਾਣੀ ਵਿੱਚ ਡੁੱਬ ਜਾਂਦੀਆਂ ਹਨ। ਸੋ ਕੁਝ ਪਦਾਰਥ ਪਾਣੀ ਵਿੱਚ ਘੁਲਦੇ ਨਹੀਂ, ਸਗੋਂ ਪਾਣੀ ਦੀ ਸਤ੍ਹਾ ਉੱਪਰ ਤੈਰਦੇ ਹਨ ਅਤੇ ਕੁਝ ਪਾਣੀ ਵਿੱਚ ਡੁੱਬ ਜਾਂਦੇ ਹਨ। Some materials that do not mix with water float on the surface of water. Others may have sunk to the bottom of the beaker. ਕੁਝ ਪਦਾਰਥ ਪਾਣੀ ਵਿੱਚ ਘੁਲਦੇ ਨਹੀਂ, ਸਗੋਂ ਪਾਣੀ ਦੀ ਸਤ੍ਹਾ ਉੱਪਰ ਤੈਰਦੇ ਹਨ ਅਤੇ ਕੁਝ ਪਾਣੀ ਵਿੱਚ ਡੁੱਬ ਜਾਂਦੇ ਹਨ। We notice many examples of objects that float in water or sink. ਅਸੀਂ ਜਿਹੇ ਕਈ ਪਦਾਰਥਾਂ ਦੀਆਂ ਉਦਾਹਰਨਾਂ ਦੇਖਦੇ ਹਾਂ ਜਿਹੜੇ ਪਾਣੀ ਵਿੱਚ ਤੈਰਦੇ ਹਨ ਜਾਂ ਡੁੱਬ ਜਾਂਦੇ ਹਨ। Dried leaves fallen on the surface of a pond will float on it, whereas a stone that you throw into this pond will sink and settle at the bottom. ਉਦਾਹਰਨ ਦੇ ਤੌਰ ਤੇ ਪੌਦੇ ਨਾਲੋਂ ਡਿੱਗਿਆ ਸੁੱਕਾ ਪੱਤਾ ਤਲਾਬ ਵਿੱਚ ਤੈਰਦਾ ਹੈ, ਪਰ ਜੇਕਰ ਤੁਸੀਂ ਤਲਾਬ ਵਿੱਚ ਪੱਥਰ ਸੁੱਟਦੇ ਹੋ ਇਹ ਡੁੱਬ ਜਾਵੇਗਾ ਅਤੇ ਹੇਠਾਂ ਤਲ ਤੇ ਬੈਠ ਜਾਵੇਗਾ। Some objects sink and some float. ਕੁਝ ਪਦਾਰਥ ਡੁੱਬ ਜਾਂਦੇ ਹਨ ਤੇ ਕੁਝ ਤੈਰਦੇ ਹਨ। If you drop an iron nail in water, it will sink, but a piece of wood will float on water. ਜੇਕਰ ਤੁਸੀਂ ਪਾਣੀ ਵਿੱਚ ਲੋਹੇ ਦਾ ਕਿੱਲ ਸੁੱਟਦੇ ਹੋ ਤਾਂ ਇਹ ਡੁੱਬ ਜਾਏਗਾ, ਪਰ ਲੱਕੜੀ ਦਾ ਟੁਕੜਾ ਪਾਣੀ ਉੱਪਰ ਤੈਰਦਾ ਹੈ। If you weigh equal volume of iron, water, wood, you will find that iron is the heaviest and wood is the lightest. ਜੇਕਰ ਤੁਸੀਂ ਲੋਹਾ, ਪਾਣੀ ਅਤੇ ਲੱਕੜੀ ਤਿੰਨਾਂ ਨੂੰ ਇੱਕੋ ਜਿਹੇ ਆਇਤਨ ਵਿੱਚ ਲੈਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਇੱਕ ਲੋਹਾ ਭਾਰਾ ਹੁੰਦਾ ਹੈ, ਲੱਕੜੀ ਹਲਕੀ ਹੁੰਦੀ ਹੈ। An equal volume of aluminium will be lighter than iron but heavier than water. ਜੇਕਰ ਤੁਸੀਂ ਐਲੂਮੀਨੀਅਮ ਦੀ ਸ਼ੀਟ, ਲੋਹਾ, ਪਾਣੀ ਇੱਕੋ ਜਿਹੇ ਆਇਤਨ ਵਾਲੇ ਲੈਂਦੇ ਹੋ, ਇੱਕੋ ਜਿਹੇ ਆਕਾਰ ਵਾਲੇ ਲੈਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਐਲੂਮੀਨੀਅਮ ਲੋਹੇ ਨਾਲੋਂ ਹਲਕੀ ਪਰ ਪਾਣੀ ਨਾਲੋਂ ਭਾਰੀ ਹੁੰਦੀ ਹੈ। It will sink in water. ਇਹ ਪਾਣੀ ਵਿੱਚ ਡੁੱਬ ਜਾਏਗੀ। An equal volume of cotton will be lighter than water. ਤੇ ਬਰਾਬਰ ਆਕਾਰ, ਬਰਾਬਰ ਆਇਤਨ ਵਾਲੇ ਰੂੰ ਅਤੇ ਪਾਣੀ ਵਿੱਚੋਂ ਰੂੰ ਹਲਕਾ ਹੁੰਦਾ ਹੈ। It will float on water if placed on wax paper. ਜੇਕਰ ਇਸ ਨੂੰ ਮੋਮ ਲੱਗੇ ਕਾਗਜ਼ ਉੱਪਰ ਰੱਖ ਕੇ ਪਾਣੀ ਉੱਪਰ ਰੱਖਿਆ ਜਾਵੇ ਤਾਂ ਇਹ ਤੈਰਦਾ ਹੈ। The mass per unit volume of substance is known as density. ਇਕਾਈ ਆਇਤਨ ਵਿਚਲੇ ਪੁੰਜ ਨੂੰ ਘਣਤਾ ਕਿਹਾ ਜਾਂਦਾ ਹੈ। ਸੋ ਇਸ ਲਾਈਨ ਦਾ ਭਾਵ ਹੈ ਕਿ ਇੱਕ ਯੂਨਿਟ ਮੀਨਸ 1 ਸੈਂਟੀਮੀਟਰ ਜਾਂ 1 ਮੀਟਰ ਜਾਂ 1 ਮਿਲੀਮੀਟਰ। ਓਕੇ, ਸੋ ਇਹ ਹੋ ਗਿਆ ਸਾਡਾ ਮਾਸ। ਮਾਸ ਮੀਨਸ ਆਕਾਰ। ਜੇ ਅਸੀਂ 1 ਸੈਂਟੀਮੀਟਰ ਆਕਾਰ ਲੈਂਦੇ ਹਾਂ ਤਾਂ ਉਸ 1 ਸੈਂਟੀਮੀਟਰ ਵਿੱਚ ਕਿਸ ਪਦਾਰਥ ਦੀ ਕਿੰਨੀ ਡੈਂਸਿਟੀ ਹੈ, ਮੀਨਸ ਰੂੰ ਦੀ ਜਿਹੜੀ ਡੈਂਸਿਟੀ ਹੈ ਉਹ ਘੱਟ ਹੋਏਗੀ, ਇਸੇ ਤਰ੍ਹਾਂ ਪਾਣੀ ਦੀ ਡੈਂਸਿਟੀ ਰੂੰ ਤੋਂ ਜ਼ਿਆਦਾ ਹੋਏਗੀ। ਓਕੇ, ਸੋ ਇਹ ਆਪਾਂ ਦੇਖਾਂਗੇ ਕਿ 1 ਸੈਂਟੀਮੀਟਰ ਵਿੱਚ ਕੋਈ ਪਦਾਰਥ ਕਿੰਨੀ ਡੈਂਸਿਟੀ ਨੂੰ ਕਵਰ ਕਰਦਾ ਹੈ, ਕਿ ਕੋਈ ਪਦਾਰਥ ਕਿਸੇ ਖਾਸ ਯੂਨਿਟ ਮੀਨਸ ਸੈਂਟੀਮੀਟਰ, ਮਿਲੀਮੀਟਰ, ਉਹਨੇ ਘੇਰੇ ਵਿੱਚ ਕਿੰਨੇ ਐਟਮਸ ਉਸ ਪਦਾਰਥ ਵਿੱਚ ਸਮੋਏ ਹੋਏ ਹਨ, ਉਸ ਨੂੰ ਆਪਾਂ ਕਹਿੰਦੇ ਹਾਂ ਉਸ ਪਦਾਰਥ ਦੀ ਡੈਂਸਿਟੀ। Think and answer. ਸੋਚੋ ਅਤੇ ਉੱਤਰ ਦਿਓ। The density of an object is slightly less than that of water. Will it sink or float in water? ਇੱਕ ਵਸਤੂ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਥੋੜੀ ਜਿਹੀ ਘੱਟ ਹੈ, ਕੀ ਇਹ ਵਸਤੂ ਪਾਣੀ 'ਚ ਡੁੱਬੇਗੀ ਜਾਂ ਤੈਰੇਗੀ? So it will float in water. ਇਹ ਪਾਣੀ ਵਿੱਚ ਤੈਰੇਗੀ ਕਿਉਂਕਿ ਇਹਦੀ ਡੈਂਸਿਟੀ ਪਾਣੀ ਨਾਲੋਂ ਘੱਟ ਹੈ, ਜਿਸ ਤਰ੍ਹਾਂ ਕਿ ਕੋਟਨ। Transparency. ਪਾਰਦਰਸ਼ਤਾ, ਜਿਹਦੇ ਆਪਾਂ ਆਰ-ਪਾਰ ਦੇਖ ਸਕਦੇ ਹਾਂ। You can see through glass but not through wood, metal plate, apple, banana. Do you know why? ਤੁਸੀਂ ਕੱਚ ਦੇ ਆਰ-ਪਾਰ ਦੇਖ ਸਕਦੇ ਹੋ, ਪਰੰਤੂ ਲੱਕੜੀ, ਲੋਹਾ, ਪਲੇਟ, ਸੇਬ, ਕੇਲੇ ਦੇ ਆਰ-ਪਾਰ ਨਹੀਂ।
ਕੀ ਤੁਸੀਂ ਜਾਣਦੇ ਹੋ ਕਿਉਂ? This is because light can pass through glass but not through wood, metal and apple. ਕਿਉਂਕਿ ਪ੍ਰਕਾਸ਼ ਕੱਚ ਵਿੱਚੋਂ ਪਾਰ ਨਿਕਲ ਜਾਂਦਾ ਹੈ ਪਰੰਤੂ ਲੱਕੜੀ, ਲੋਹਾ, ਸੇਬ ਵਿੱਚੋਂ ਨਹੀਂ। On this basis, we can classify the objects into 3 groups. ਇਸ ਆਧਾਰ ਤੇ ਅਸੀਂ ਵਸਤੂਆਂ ਨੂੰ ਹੇਠ ਲਿਖੇ ਗਰੁੱਪਾਂ ਵਿੱਚ ਵੰਡ ਸਕਦੇ ਹਾਂ। First is transparent, second translucent, third opaque. ਫਸਟ ਹੈ ਪਾਰਦਰਸ਼ੀ, ਦੂਸਰਾ ਹੈ ਅਲਪ ਪਾਰਦਰਸ਼ੀ, ਤੀਸਰਾ ਹੈ ਅਪਾਰਦਰਸ਼ੀ। First is transparent. ਪਾਰਦਰਸ਼ੀ If most of the light can pass through an object, it is known as transparent objects. ਜੇਕਰ ਕਿਸੇ ਵਸਤੂ ਵਿੱਚੋਂ ਪ੍ਰਕਾਸ਼ ਆਰ-ਪਾਰ ਲੰਘ ਜਾਵੇ ਤਾਂ ਉਸ ਵਸਤੂ ਨੂੰ ਪਾਰਦਰਸ਼ੀ ਵਸਤੂ ਆਖਦੇ ਹਨ। Those substances or material through which things can be seen are called transparent. For example, glass, water, air, etc. ਉਹ ਵਸਤੂਆਂ ਜਾਂ ਪਦਾਰਥ ਜਿਨ੍ਹਾਂ ਦੇ ਆਰ-ਪਾਰ ਵੇਖਿਆ ਜਾ ਸਕੇ ਉਹ ਵਸਤੂਆਂ ਪਾਰਦਰਸ਼ੀ ਅਖਵਾਉਂਦੀਆਂ ਹਨ ਜਿਵੇਂ ਕਿ ਗਲਾਸ, ਪਾਣੀ ਤੇ ਹਵਾ। Next is translucent. ਅਲਪ ਪਾਰਦਰਸ਼ੀ If light can pass through an object partially, it is called translucent. ਜੇਕਰ ਵਸਤੂ ਵਿੱਚੋਂ ਪ੍ਰਕਾਸ਼ ਬਹੁਤ ਘੱਟ ਮਾਤਰਾ ਵਿੱਚ ਲੰਘ ਸਕੇ ਉਸ ਵਸਤੂ ਨੂੰ ਅਲਪ ਪਾਰਦਰਸ਼ੀ ਆਖਦੇ ਹਨ। We cannot see through such objects clearly. ਅਜਿਹੀਆਂ ਵਸਤੂਆਂ ਦੇ ਵਿੱਚੋਂ ਅਸੀਂ ਸਾਫ਼ ਨਹੀਂ ਵੇਖ ਸਕਦੇ। For examples, frosted glass used in windows. ਉਦਾਹਰਨ ਦੇ ਤੌਰ ਤੇ ਖਿੜਕੀਆਂ ਵਿੱਚ ਵਰਤਿਆ ਜਾਣ ਵਾਲਾ ਧੁੰਦਲਾ ਕੱਚ। Third category is opaque. ਅਪਾਰਦਰਸ਼ੀ If no light can pass through an object, it is called opaque object. ਜੇਕਰ ਕਿਸੇ ਵਸਤੂ ਵਿੱਚੋਂ ਪ੍ਰਕਾਸ਼ ਬਿਲਕੁਲ ਵੀ ਨਾ ਲੰਘ ਸਕੇ ਉਸ ਵਸਤੂ ਨੂੰ ਅਪਾਰਦਰਸ਼ੀ ਆਖਦੇ ਹਨ। Through such object, we cannot see things. ਅਜਿਹੀਆਂ ਵਸਤੂਆਂ ਦੇ ਵਿੱਚੋਂ ਅਸੀਂ ਬਿਲਕੁਲ ਵੀ ਨਹੀਂ ਦੇਖ ਸਕਦੇ। Examples are wooden box, cup, colored bottle, cardboard, metal container, etc. ਉਦਾਹਰਨ ਲੱਕੜੀ ਦਾ ਬਕਸਾ, ਗੱਤਾ, ਧਾਤ ਦਾ ਡੱਬਾ, ਕੱਪ, ਬੋਤਲ, ਸੇਬ ਆਦਿ। Activity 5. ਕਿਰਿਆ ਪੰਜਵੀਂ To demonstrate transparent, opaque and translucent substances. ਪਾਰਦਰਸ਼ੀ, ਅਲਪ ਪਾਰਦਰਸ਼ੀ ਅਤੇ ਅਪਾਰਦਰਸ਼ੀ ਪਦਾਰਥਾਂ ਦਾ ਪਤਾ ਲਗਾਉਣਾ। Material required: ਲੋੜੀਂਦੀ ਸਮੱਗਰੀ electric bulb, sheet of paper, oil, plain glass. ਬਿਜਲੀ ਦਾ ਬਲਬ, ਪੇਪਰ ਦੀ ਸ਼ੀਟ, ਸਰੋਂ ਦਾ ਤੇਲ, ਸਮਤਲ ਕੱਚ। Procedure: ਵਿਧੀ take a sheet of paper, look towards electric bulb through sheet of paper. ਇੱਕ ਪੇਪਰ ਲੈ ਕੇ ਉਸ ਵਿੱਚੋਂ ਦੀ ਜਗਦੇ ਹੋਏ ਬਲਬ ਨੂੰ ਦੇਖਣ ਦੀ ਕੋਸ਼ਿਸ਼ ਕਰੋ। Bulb is not visible. ਬਲਬ ਦਿਖਾਈ ਨਹੀਂ ਦਿੰਦਾ ਹੈ। Put some oil drops on this paper and again look towards electric bulb. ਹੁਣ ਇਸ ਪੇਪਰ ਉੱਪਰ ਕੁਝ ਬੂੰਦਾਂ ਤੇਲ ਦੀਆਂ ਪਾਓ। ਹੁਣ ਤੇਲ ਲੱਗੇ ਖੇਤਰ ਵਿੱਚੋਂ ਦੀ ਬਲਬ ਨੂੰ ਦੇਖੋ ਜਿੱਥੇ ਤੁਸੀਂ ਤੇਲ ਦੀਆਂ ਬੂੰਦਾਂ ਪਾਈਆਂ ਹਨ। Now the bulb will appear faintly. ਤੁਹਾਨੂੰ ਬਲਬ ਧੁੰਦਲਾ ਦਿਖਾਈ ਦਿੰਦਾ ਹੈ। Now take a plain glass and look through it to the other side of the glass. You will see the bulb clearly. ਹੁਣ ਇੱਕ ਸਮਤਲ ਕੱਚ ਦਾ ਟੁਕੜਾ ਲਓ ਅਤੇ ਇਸ ਵਿੱਚੋਂ ਦੀ ਬਲਬ ਨੂੰ ਵੇਖੋ। ਤੁਹਾਨੂੰ ਬਲਬ ਸਾਫ਼ ਵਿਖਾਈ ਦੇਵੇਗਾ। Conclusion: ਸਿੱਟਾ we can see objects placed on the other side of glass. So, plain glass is transparent. ਅਸੀਂ ਕੱਚ ਦੇ ਆਰ-ਪਾਰ ਵਸਤੂਆਂ ਸਾਫ਼ ਵੇਖ ਸਕਦੇ ਹਾਂ ਇਸ ਲਈ ਕੱਚ ਪਾਰਦਰਸ਼ੀ ਹੈ। We cannot see an object on the other side of paper, so paper is opaque. ਅਸੀਂ ਕਾਗਜ਼ ਦੇ ਆਰ-ਪਾਰ ਵਸਤੂਆਂ ਨਹੀਂ ਦੇਖ ਸਕਦੇ ਇਸ ਲਈ ਇਹ ਅਪਾਰਦਰਸ਼ੀ ਹੈ। On adding drop of oil on the paper, we can see faintly, so it is translucent. ਕਾਗਜ਼ ਉੱਪਰ ਤੇਲ ਦੀਆਂ ਬੂੰਦਾਂ ਪਾਉਣ ਤੋਂ ਬਾਅਦ ਅਸੀਂ ਕਾਗਜ਼ ਵਿੱਚੋਂ ਧੁੰਦਲਾ ਵੇਖ ਸਕਦੇ ਹਾਂ ਇਸ ਲਈ ਇਹ ਅਲਪ ਪਾਰਦਰਸ਼ੀ ਹੈ। Think and answer. ਸੋਚੋ ਅਤੇ ਉੱਤਰ ਦਿਓ। Is clear water opaque, transparent or translucent? ਕੀ ਸਾਫ਼ ਪਾਣੀ ਪਾਰਦਰਸ਼ੀ, ਅਲਪ ਪਾਰਦਰਸ਼ੀ ਜਾਂ ਅਪਾਰਦਰਸ਼ੀ ਹੁੰਦਾ ਹੈ? You know it is transparent. ਤੁਸੀਂ ਜਾਣਦੇ ਹੋ ਇਹ ਟਰਾਂਸਪੇਰੈਂਟ ਹੁੰਦਾ ਹੈ। Summary: ਯਾਦ ਰੱਖਣ ਯੋਗ ਗੱਲਾਂ material are grouped together on the basis of similarities and difference of properties. ਪਦਾਰਥਾਂ ਨੂੰ ਉਹਨਾਂ ਦੇ ਗੁਣਾਂ ਵਿੱਚ ਸਮਾਨਤਾਵਾਂ ਅਤੇ ਭਿੰਨਤਾਵਾਂ ਦੇ ਆਧਾਰ ਤੇ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ।
Objects around us are made up of a variety of materials. ਸਾਡੇ ਆਲੇ ਦੁਆਲੇ ਦੀਆਂ ਵਸਤੂਆਂ ਵੱਖ-ਵੱਖ ਕਿਸਮ ਦੇ ਪਦਾਰਥਾਂ ਤੋਂ ਬਣੀਆਂ ਹਨ। Some materials are soluble in water and some are insoluble. ਕੁਝ ਪਦਾਰਥ ਪਾਣੀ ਵਿੱਚ ਘੁਲਣਸ਼ੀਲ ਹਨ ਅਤੇ ਕੁਝ ਅਘੁਲਣਸ਼ੀਲ ਹਨ। Some materials are shiny in appearance while others are not. ਕੁਝ ਪਦਾਰਥ ਦਿੱਖ ਵਿੱਚ ਚਮਕੀਲੇ ਹੁੰਦੇ ਹਨ ਪਰ ਕੁਝ ਨਹੀਂ ਹੁੰਦੇ। ਓਕੇ ਜੀ, ਸੋ ਇਹ ਸੀ ਸਾਡਾ ਲੈਸਨ। ਸੋ ਇਸ ਤਰ੍ਹਾਂ ਦੀ ਟਰਾਂਸਲੇਸ਼ਨ ਕਰਕੇ ਅਸੀਂ ਉਹਨਾਂ ਬੱਚਿਆਂ ਲਈ ਹੈਲਪਫੁਲ ਹੋਣਾ ਚਾਹੁੰਦੇ ਹਾਂ ਜਿਨ੍ਹਾਂ ਬੱਚਿਆਂ ਨੇ ਨਵਾਂ ਇੰਗਲਿਸ਼ ਮੀਡੀਅਮ ਲਿਆ ਹੈ ਅਤੇ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਪੜ੍ਹਨ ਦੇ ਵਿੱਚ ਦਿੱਕਤ ਆ ਰਹੀ ਹੈ, ਉਹ ਇਸ ਨਾਲ ਫੈਮਿਲਰ ਹੋ ਸਕਦੇ ਹਨ ਤੇ ਇਹਨੂੰ ਆਰਾਮ ਦੇ ਨਾਲ ਪੜ੍ਹ ਕੇ ਹੌਲੀ-ਹੌਲੀ ਇਸ ਦੀਆਂ ਟਰਮਸ, ਇਸ ਦੀਆਂ ਵਰਡਿੰਗਸ, ਇਸ ਦੀ ਵੋਕੈਬਲਰੀ ਦੇ ਨਾਲ ਜਾਣੂ ਹੋ ਸਕਦੇ ਹਨ ਤੇ ਉਹਨਾਂ ਨੂੰ ਈਜ਼ੀ ਲੱਗੇਗਾ ਇੰਗਲਿਸ਼ ਮੀਡੀਅਮ ਦੇ ਵਿੱਚ ਸਾਇੰਸ ਨੂੰ ਪੜ੍ਹਨਾ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਤੇ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਸ਼ੇਅਰ ਕਰੋ। ਥੈਂਕ ਯੂ ਸੋ ਮਚ।